फोकस न्यूज़ है जी अज असी मानयोग मुख मंत्री OP सोनी जी ਨੂੰ ਮਿਲਿਆ ਜਿਨ੍ਹਾਂ ਕੋਲ ਹੈਲਥ ਡਿਪਾਰਟਮੈਂਟ ਵੀ ਹੈ ਕਿਉਂਕਿ ਸਮੁੱਚੇ ਪੰਜਾਬ ਦੇ ਵਿੱਚ ਔਰ ਖਾਸ ਤੌਰ ਤੇ ਸਾਡੇ ਇਲਾਕਿਆਂ ਦੇ ਵਿੱਚ ਡਿਸਟ੍ਰਿਕਟ ਸੰਗਰੂਰ ਦੇ ਵਿੱਚ ਬਰਨਾਲਾ ਦੇ ਵਿੱਚ ਬਠਿੰਡਾ ਦੇ ਵਿੱਚ ਡੇਂਗੂ ਦੀ ਮਾਰ ਹੈ ਜਿਹੜੀ ਉਹ ਬਹੁਤ ਵਧੀ ਹੋਈ ਹੈ। ਮੇਰੇ ਆਪਣੇ ਹਲਕੇ ਸਨਾਮ ਦੇ ਵਿੱਚ ਲੌਂਗੋਵਾਲ ਕਸਬਾ ਪੈਂਦਾ ਉੱਥੇ ਇੱਕ ਹਫ਼ਤੇ ਦੇ ਵਿੱਚ ਇੱਕੋ ਪਰਿਵਾਰ ਦੇ 3 ਮੈਂਬਰਾਂ ਪਹਿਲਾਂ ਦਾਦੇ ਦੀ ਫਿਰ ਪੋਤੇ ਦੀ ਔਰ ਫਿਰ ਬੇਟੇ ਦੀ ਡੈਥ ਹੋ ਚੁੱਕੀ ਤੇ ਚੌਥਾ ਪੋਤਾ ਜਿਹੜਾ ਉਹ ਹਸਪੀਟਲ ਦੇ ਵਿੱਚ ਐਡਮਿਟ ਹੋਇਆ। ਹਰ ਰੋਜ਼ ਮੌਤਾਂ ਹੋ ਰਹੀਆਂ ਨੇ ਪਰ ਸਰਕਾਰ ਕੋਲ ਰਿਪੋਰਟਿੰਗ ਹੈ ਉਹਦੀ ਜ਼ਿਆਦਾ ਰਿਪੋਰਟਿੰਗ ਪ੍ਰੋਪਰ ਨਹੀਂ ਪਹੁੰਚ ਰਹੀ ਹੈਗੀ ਤੇ ਲੋਕਲ ਲੈਵਲ ਦੇ ਉੱਪਰ ਨਿਚਲੇ ਲੈਵਲ ਦੇ ਉੱਪਰ ਉਹਦੇ ਲਈ ਕੋਈ ਰੋਕਥਾਮ ਦਾ ਕੋਈ ਪ੍ਰੀਵੈਂਸ਼ਨ ਦਾ ਕੋਈ ਪ੍ਰੋਟੈਕਸ਼ਨ ਦਾ ਮੇਜਰ ਅਡਾਪਟ ਸਰਕਾਰ ਵੱਲੋਂ ਨਹੀਂ ਕੀਤਾ ਗਿਆ ਜਿਹਦੇ ਸੰਬੰਧ ਦੇ ਵਿੱਚ ਅਸੀਂ ਕੱਲ੍ਹ ਜਦੋਂ ਆਲ ਪਾਰਟੀ ਮੀਟਿੰਗ ਸੀਗੀ ਮੈਂ ਸੋਨੀ ਸਾਹਿਬ ਨੂੰ ਰਿਕੁਐਸਟ ਕੀਤੀ ਸੀਗੀ ਇਹਨਾਂ ਨੇ ਕਿਹਾ ਸੀਗਾ ਕਿ ਤੁਸੀਂ ਕੱਲ੍ਹ ਨੂੰ ਆ ਜਾਓ। ਅੱਜ ਅਸੀਂ ਆਏ ਸੀਗੇ ਉਹਨਾਂ ਨੇ ਬੜੇ ਧਿਆਨ ਦੇ ਨਾਲ ਗੱਲ ਸਾਡੀ ਸੁਣੀ ਹੈ। ਮੈਂ ਆਪਦੇ ਹਲਕੇ ਦੀ ਗੱਲ ਰੱਖੀ ਹੈ ਮੀਤ ਜੀ ਨੇ ਰੱਖੀ ਹੈ ਸਾਰੇ ਪੰਜਾਬ ਦੇ ਜੋ ਹਾਲਾਤ ਬਣੇ ਪਏ ਨੇ ਕਿਉਂਕਿ ਕੋਵਿਡ ਦੇ ਤਾਂ ਇਹ ਸੀਗਾ ਕਿ ਹਾਈਪ ਬਹੁਤ ਬਣੀ ਹੋਈ ਸੀਗੀ ਮੀਡੀਆ ਦੀ ਰਿਪੋਰਟਿੰਗ ਬਹੁਤ ਸੀਗੀ ਪਰ ਗਰਾਊਂਡ ਲੈਵਲ ਦੇ ਉੱਪਰ ਅੱਜ ਪੰਜਾਬ ਦੇ ਹਾਲਾਤ ਇਹ ਬਣੇ ਪਏ ਨੇ ਕਿ ਡੇਂਗੂ ਦੇ ਨਾਲ ਮੌਤਾਂ ਨੇ ਜਿਹੜੀਆਂ ਉਹ ਕੋਵਿਡ ਨਾਲੋਂ ਵੀ ਵੱਧ ਹੋ ਰਹੀਆਂ ਨੇ ਪਰ ਉਹਦੀ ਰਿਪੋਰਟਿੰਗ ਪ੍ਰੋਪਰ ਨਹੀਂ ਹੋ ਰਹੀ। ਸੋਨੀ ਸਾਹਿਬ ਨੇ ਬੜੇ ਧਿਆਨ ਨਾਲ ਸਾਡੀ ਗੱਲ ਸੁਣੀ ਹੈ। ਇਮੀਡੀਏਟਲੀ ਆਪਦੇ ਸਾਰੇ ਆਫਿਸਰਸ ਨੂੰ ਹੁਕਮ ਕੀਤੇ ਨੇ ਕਿ ਗਰਾਊਂਡ ਦੇ ਉੱਪਰ ਜਾਓ ਘਰ ਘਰ ਦੀ ਸਿਚੁਏਸ਼ਨ ਹੈ ਜਿਹੜੀ ਚੈੱਕ ਕਰੋ ਪ੍ਰੀਵੈਂਸ਼ਨ ਫੌਗਿੰਗ ਦੇ ਨਾਲ ਹੋ ਸਕਦੀ ਹੈ ਜੋ ਮੇਜਰਸ ਅਡਾਪਟ ਕਰਨੇ ਨੇ ਉਹ ਕੀਤੇ ਜਾਣ ਤੇ ਇਮੀਡੀਏਟਲੀ ਇਹਨਾਂ ਨੇ ਰਿਪੋਰਟ ਮੰਗੀ ਹੈ। ਮੈਂ ਸਮਝਦਾ ਕਿ ਬੜੇ ਵਧੀਆ ਔਰ ਸੰਜੀਦਾ ਤਰੀਕੇ ਦੇ ਨਾਲ ਉਹਨਾਂ ਨੇ ਇਮੀਡੀਏਟਲੀ ਐਕਸ਼ਨ ਹੈ ਜਿਹੜਾ ਉਹ ਆਰਡਰ ਕੀਤਾ ਹੈ। ਹੁਣ ਮੇਰੇ ਛੋਟੇ ਵੀਰ ਮੀਤ ਹੈਰ ਜੀ ਆਪਣੀ ਗੱਲ ਕਰਨਗੇ। ਮੀਡੀਆ ਦੀ ਲੱਗਦਾ ਨਹੀਂ ਕਿ ਸਿਆਸਤ 'ਚ ਜ਼ਿਆਦਾ ਉਲਝ ਗਈ ਸਰਕਾਰ ਤੇ ਇੱਧਰਲੇ ਪਾਸੇ ਧਿਆਨ ਨਹੀਂ ਦੇ ਪਾਈ ਕਿ ਡੇਂਗੂ ਕਰਕੇ ਉਹੀ ਕਹਿ ਰਹੇ ਹਾਂ ਕਿ ਜਦੋਂ ਕੋਵਿਡ ਦੇ ਵਿੱਚ ਆਕਸੀਜਨ ਉਪਲਬਧ ਨਹੀਂ ਸੀ ਉਦੋਂ ਵੀ ਜਿਹੜੀ ਸਰਕਾਰ ਆ ਅਸੀਂ ਸਾਰੇ ਜਾਣਦੇ ਆ ਕਿ ਉਦੋਂ ਦੇ ਮੁੱਖ ਮੰਤਰੀ ਤੇ ਉਦੋਂ ਜਿਹੜੇ ਪ੍ਰਧਾਨ ਸੀ ਉਹ ਲੋਕਾਂ ਤੇ ਧਿਆਨ ਦੇਣ ਦੀ ਬਜਾਏ ਰੋਜ਼ ਇੱਕ ਦੂਜੇ ਤੇ ਦੂਸ਼ਣਬਾਜ਼ੀ ਰੋਜ਼ ਇੱਕ ਦੂਜੇ ਦੀ ਖਿੱਚਤੂ ਹੁੰਦੀ ਸੀ। ਹੁਣ ਵੀ ਸਮਾਂ ਰਹਿੰਦੇ ਕਿਉਂਕਿ ਜਦੋਂ ਪਤਾ ਸੀ ਕੋਵਿਡ ਕਰਕੇ ਲੋਕਾਂ ਦਾ ਇੰਨਾ ਨੁਕਸਾਨ ਹੋਇਆ ਸਮਾਂ ਰਹਿੰਦੇ ਕਿਉਂਕਿ ਡੇਂਗੂ ਕੋਈ ਪਹਿਲੀ ਵਾਰ ਤਾਂ ਆਇਆ ਨਹੀਂ ਹਰ ਸਾਲ ਆਉਂਦਾ ਤੇ ਹਰ ਸਾਲ ਪੰਜਾਬ ਦੇ ਵਿੱਚ ਪਤਾ ਨਹੀਂ ਕਿੰਨੀਆਂ ਮੌਤਾਂ ਹੁੰਦੀਆਂ। ਹੁਣ ਵੀ ਜਦੋਂ ਫੌਗਿੰਗ ਕਰਨੀ ਚਾਹੀਦੀ ਸੀ ਅਸੀਂ ਅੰਦਰ ਵੀ ਮੰਤਰੀ ਸਾਹਿਬ ਨੂੰ ਕਿਹਾ ਕਿ ਅਗਸਤ ਮਹੀਨੇ ਦੇ ਵਿੱਚ ਫੌਗਿੰਗ ਕਰਨੀ ਚਾਹੀਦੀ ਸੀ ਤਾਂ ਕਿ ਜਿਹੜੀਆਂ ਅੱਜ ਹਰ ਮੁਹੱਲੇ ਦੇ ਵਿੱਚ ਸੈਂਕੜਿਆਂ ਦੇ ਹਿਸਾਬ ਨਾਲ ਮਰੀਜ਼ ਪਏ ਆ ਮੌਤਾਂ ਹੋ ਰਹੀਆਂ ਉਹਨਾਂ ਮੌਤਾਂ ਦੀ ਗਿਣਤੀ ਨੂੰ ਘਟਾਇਆ ਜਾ ਸਕਦਾ ਸੀ ਉਹਨਾਂ ਲੋਕਾਂ ਨੂੰ ਬਚਾਇਆ ਜਾ ਸਕਦਾ ਸੀ। ਹੁਣ ਸਾਰੇ ਜ਼ਿਲ੍ਹਿਆਂ 'ਚ ਅਮਨ ਜੀ ਸਨਾਮ ਤੋਂ ਨੇ ਸੰਗਰੂਰ ਜ਼ਿਲ੍ਹਾ ਨੀਲ ਜੀ ਬਠਿੰਡੇ ਤੋਂ ਨੇ ਬਰਨਾਲੇ ਤੋਂ ਨੇ ਅਸੀਂ ਆਪਣੇ ਜ਼ਿਲ੍ਹਿਆਂ ਦੀ ਗੱਲ ਕਰੀਏ ਜਿਹੜੀ ਰਿਪੋਰਟਿੰਗ ਹੋ ਰਹੀ ਹੈ ਮੈਂ ਸਮਝਦਾ ਕਿ 1-2% ਵੀ ਨਹੀਂ ਹੋ ਰਹੀ ਪਰ ਐਕਚੁਅਲ ਕੰਡੀਸ਼ਨ ਇਹ ਹੈ ਵੀ ਜਿਹੜੇ ਮਹੱਲੇ 'ਚ 100 ਘਰ ਹੈ ਉੱਥੇ ਘੱਟੋ ਘੱਟ 35-40 ਘਰਾਂ ਦੇ ਵਿੱਚ ਡੇਂਗੂ ਦੇ ਮਰੀਜ਼ ਨੇ। ਕਈ ਐਸੇ ਘਰ ਨੇ ਜਿੱਥੇ ਇੱਕ ਘਰ ਦੇ ਵਿੱਚ 2-2 ਮਰੀਜ਼ ਨੇ। ਅਮਨ ਜੀ ਨੇ ਅੰਦਰ ਵੀ ਬਰੀਫ ਕੀਤਾ ਇੱਥੇ ਵੀ ਦੱਸਦੇ ਆ ਲੌਂਗੋਵਾਲ ਦੇ ਵਿੱਚ ਇੱਕ ਘਰ ਦੇ ਵਿੱਚ ਤੁਸੀਂ ਸਾਰਿਆਂ ਨੇ ਮੀਡੀਆ ਰਾਹੀਂ ਦੇਖਿਆ ਹੋਣਾ ਕਿ ਪੋਤੇ ਦੀ ਪਿਓ ਦੀ ਤੇ ਦਾਦੇ ਦੀ ਇੱਕ ਘਰ ਦੇ ਵਿੱਚ 3 ਮੌਤਾਂ ਹੋ ਜਾਣ। ਸੋ ਇਹ ਫੇਲੀਅਰ ਹੈ ਸਰਕਾਰ ਦਾ ਬੜਾ ਵੱਡਾ। ਸੋ ਜਿਵੇਂ ਕੋਵਿਡ ਦੇ ਵਿੱਚ ਇੰਜੈਕਸ਼ਨ ਨਹੀਂ ਸੀ ਮਿਲ ਰਹੇ ਇਹਦੇ ਲਈ ਵੀ ਜਿਹੜੀ ਉਹ ਇੱਕ ਕਿੱਟ ਹੈ SDP ਕਿੱਟ ਹੈ ਜਿਹੜੀ ਪਲੇਟਲੈਟ ਕਿੱਟ ਹੈ ਜਿਹੜੀ ਸਾਰਾ ਜਿਹੜਾ ਕੋਈ ਜਿਹਦੇ ਪਲੇਟਲੈਟ ਜ਼ਿਆਦਾ ਘਟ ਜਾਂਦੇ ਆ ਉਹਦੇ ਲਈ ਜਿਹੜੀ ਜ਼ਰੂਰਤ ਹੈ ਉਹ ਕਿੱਟ ਵੀ ਅੱਜ ਪ੍ਰਾਈਵੇਟ ਹਸਪੀਟਲ ਵਾਲੇ ਜਿਵੇਂ ਉਹਨਾਂ ਨੇ ਕੋਵਿਡ ਟਾਈਮ ਲੋਕਾਂ ਦੀ ਲੁੱਟ ਕੀਤੀ ਹੁਣ ਵੀ ਉਹ ਕਿੱਟ ਉਪਲਬਧ ਨਹੀਂ ਸਰਕਾਰੀ ਹਸਪੀਟਲ ਦੇ ਵਿੱਚ ਉਹਦੀ ਬੜੇ ਵੱਡੇ ਪੱਧਰ ਤੇ ਬਲੈਕ ਹੋ ਰਹੀ ਹੈ। ਕੱਲ ਮੋਹਾਲੀ ਦੇ ਵਿੱਚ ਨੀਲ ਜੀ ਨੇ ਅੰਦਰ ਦੱਸਿਆ ਕਿ ਪੂਰੇ ਡਿਸਟ੍ਰਿਕਟ ਦੇ ਵਿੱਚ ਇੱਕ ਵੀ ਕਿੱਟ ਨਹੀਂ ਸੀ ਜਿਹਦੇ ਕਰਕੇ ਮਤਲਬ ਕਿ ਜਿਹੜੇ ਮਰੀਜ਼ ਨੇ ਉਹਨਾਂ ਨੂੰ ਕੋਈ ਦਿੱਲੀ ਤੋਂ ਲਿਆ ਰਿਹਾ ਕੋਈ ਬਾਹਰਲੇ ਸੂਬਿਆਂ ਤੋਂ ਲਿਆ ਰਿਹਾ ਉਹਦੀ ਵੀ ਬੜੇ ਵੱਡੇ ਪੱਧਰ ਤੇ ਨਾਲੇ ਲੋਕਾਂ ਦੀ ਮੌਤ ਹੋ ਰਹੀ ਹੈ ਨਾਲੇ ਵੱਡੇ ਪੱਧਰ ਤੇ ਜਿਹੜਾ ਮਾਲੀ ਵੀ ਉਹਨਾਂ ਦਾ ਕਿਉਂਕਿ ਬਲੈਕ ਦੇ ਵਿੱਚ ਕਿੱਟਾਂ ਮਿਲ ਰਹੀਆਂ ਪ੍ਰਾਈਵੇਟ ਹਸਪੀਟਲ ਲੁੱਟ ਕਰ ਰਿਹਾ ਸੋ ਨੁਕਸਾਨ ਹੋ ਰਿਹਾ। ਸੋ ਮੰਤਰੀ ਸਾਹਿਬ ਨੂੰ ਅਸੀਂ ਇਹਦੇ ਸੰਬੰਧ 'ਚ ਹੀ ਮਿਲੇ ਆ ਉਹਨਾਂ ਨੇ ਵਿਸ਼ਵਾਸ ਵੀ ਦਿਵਾਇਆ ਅਧਿਕਾਰੀਆਂ ਦੀ ਡਿਊਟੀ ਵੀ ਲਾਈ ਹੈ ਕਿ ਜਲਦੀ ਤੋਂ ਜਲਦੀ ਜਿਹੜੀ ਆ ਹਾਲਾਤ ਨੇ ਜਿਹੜੇ ਉਹਨਾਂ ਨੂੰ ਠੀਕ ਕੀਤਾ ਜਾ ਸਕੇ। ਮੈਂ ਤੁਹਾਨੂੰ ਦਿਖਾਉਣਾ ਚਾਹੂੰਗਾ ਪਰਸੋਂ ਸੰਡੇ ਨੂੰ ਮੈਂ ਲੌਂਗੋਵਾਲ ਗਿਆ ਸੀਗਾ ਇਸ ਭੋਗ ਦੇ ਉੱਪਰ ਜਿੱਥੇ ਤੁਸੀਂ ਦੇਖ ਸਕਦੇ ਹੋ ਕਿ ਇੱਕੋ ਪਰਿਵਾਰ ਦੇ ਜਿਹੜੇ 3 ਜੀਆਂ ਦੀ ਡੈਥ ਹੋਈ ਹੈ ਪਰਿਵਾਰ ਦੇ ਉੱਪਰ ਸੋਚੋ ਤੁਸੀਂ ਕੀ ਬੀਤੀ ਹੋਵੇਗੀ ਕਿ ਦਾਦੇ ਦੀ ਪੋਤੇ ਬੇਟੇ ਦੀ ਔਰ ਪੋਤੇ ਦੀ ਇੱਕੋ ਸਮੇਂ ਇੱਕ ਹਫ਼ਤੇ ਦੇ ਵਿੱਚ ਡੈਥ ਹੋਣ ਕਰਕੇ ਭੋਗ ਹੈ ਜਿਹੜਾ ਉਹ ਪਾਇਆ ਤੇ ਚੌਥਾ ਪੋਤਾ ਹੈ ਜਿਹੜਾ ਉਹ ਹਸਪੀਟਲ ਦੇ ਵਿੱਚ ਐਡਮਿਟ ਹੈ ਡੇਂਗੂ ਦੇ ਨਾਲ। ਸੋ ਇਸ ਕਰਕੇ ਹਾਲਾਤ ਨੇ ਜਿਹੜੇ ਉਹ ਬਹੁਤ ਗੰਭੀਰ ਬਣੇ ਹੋਏ ਨੇ ਪਰ ਨਿਚਲੇ ਪੱਧਰ ਦੇ ਉੱਪਰ ਪ੍ਰਸ਼ਾਸਨ ਚਾਹੇ
ਸਿਵਲ ਐਡਮਿਨਿਸਟ੍ਰੇਸ਼ਨ ਹੈ ਡਿਸਟ੍ਰਿਕਟ ਦੀ ਤੇ ਚਾਹੇ ਹੈਲਥ ਐਡਮਿਨਿਸਟ੍ਰੇਸ਼ਨ ਹੈ ਉਹ ਬਿਲਕੁਲ ਟੋਟਲੀ ਕਲੈਪਸ ਕਰ ਚੁੱਕੀ ਹੈ ਤੇ ਇਹੀ ਸੋਨੀ ਸਾਹਿਬ ਦੇ ਧਿਆਨ ਦੇ ਵਿੱਚ ਲਿਆਉਣ ਦੇ ਲਈ ਸੀ ਅੱਜ ਇੱਥੇ ਪਹੁੰਚਿਆ। ਪਰਸੋਂ ਮੈਂ ਸੀਐਮ ਸਾਹਿਬ ਨੂੰ ਵੀ ਚਿੱਠੀ ਲਿਖੀ ਸੀ, ਕਾਪੀ ਸੋਨੀ ਸਾਹਿਬ ਨੂੰ ਕੀਤਾ ਸੀਗਾ ਤੇ ਅੱਜ ਚਲੋ ਅੱਜ ਇਸ ਗੱਲ ਦੀ ਖੁਸ਼ੀ ਹੈ ਕਿ ਉਹਨਾਂ ਨੇ ਇਮੀਡੀਏਟ ਨਿਰਦੇਸ਼ ਨੇ ਜਿਹੜੇ ਉਹ ਦਿੱਤੇ ਨੇ ਆਪਣੇ ਸਿਵਲ ਸਰਜਨਸ ਨੂੰ ਕਿ ਇਕੱਲੇ ਸੰਗਰੂਰ ਜਾਂ ਬਰਨਾਲੇ ਜਾਂ ਬਠਿੰਡੇ ਦੀ ਗੱਲ ਨਹੀਂ, ਸਮੁੱਚੇ ਆਪਣਾ ਪੰਜਾਬ ਦੇ ਵਿੱਚ ਗਰਾਊਂਡ ਦੇ ਉੱਪਰ ਉਤਰ ਕੇ ਹੈਲਥ ਡਿਪਾਰਟਮੈਂਟ ਚੈੱਕ ਕਰੇਗੀ ਕਿੱਥੇ ਕਿੱਥੇ ਕੀ ਪ੍ਰੋਬਲਮ ਆ ਰਹੀ ਹੈ ਔਰ ਕਿੱਥੇ ਕਿੱਥੇ ਕਿਸ ਚੀਜ਼ ਦੀ ਲੋੜ ਹੈ। ਉਹਨਾਂ ਨੇ ਬੜੇ ਸਖਤੀ ਨਾਲ ਇਹ ਨਿਰਦੇਸ਼ ਦਿੱਤੇ ਨੇ, ਸਾਨੂੰ ਇਸ ਗੱਲ ਦੀ ਤਸੱਲੀ ਹੈ। ਸੋਚੋ ਉਹ ਪਾਇਆ ਤੇ ਚੌਥਾ ਪੁੱਤ ਹੈ ਜਿਹੜਾ ਉਹ ਹਸਪੀਟਲ ਦੇ ਵਿੱਚ ਐਡਮਿਟ ਹੈ ਡੇਂਗੂ ਦੇ ਨਾਲ। ਸੋ ਇਸ ਕਰਕੇ ਹਾਲਾਤ ਨੇ ਜਿਹੜੇ ਉਹ ਬਹੁਤ ਗੰਭੀਰ ਬਣੇ ਹੋਏ ਨੇ ਪਰ ਨਿਚਲੇ ਪੱਧਰ ਦੇ ਉੱਪਰ ਪ੍ਰਸ਼ਾਸਨ ਚਾਹੇ ਸਿਵਲ ਐਡਮਿਨਿਸਟ੍ਰੇਸ਼ਨ ਹੈ ਡਿਸਟ੍ਰਿਕਟ ਦੀ ਤੇ ਚਾਹੇ ਹੈਲਥ ਐਡਮਿਨਿਸਟ੍ਰੇਸ਼ਨ ਹੈ ਉਹ ਬਿਲਕੁਲ ਟੋਟਲੀ ਕਲੈਪਸ ਕਰ ਚੁੱਕੀ ਹੈ ਤੇ ਇਹੀ ਸੋਨੀ ਸਾਹਿਬ ਦੇ ਧਿਆਨ ਦੇ ਵਿੱਚ ਲਿਆਉਣ ਦੇ ਲਈ ਸੀ ਅੱਜ ਇੱਥੇ ਪਹੁੰਚਿਆ। ਪਰਸੋਂ ਮੈਂ ਸੀਐਮ ਸਾਹਿਬ ਨੂੰ ਵੀ ਚਿੱਠੀ ਲਿਖੀ ਸੀ, ਕਾਪੀ ਸੋਨੀ ਸਾਹਿਬ ਨੂੰ ਕੀਤਾ ਸੀਗਾ ਤੇ ਅੱਜ ਚਲੋ ਅੱਜ ਇਸ ਗੱਲ ਦੀ ਖੁਸ਼ੀ ਹੈ ਕਿ ਉਹਨਾਂ ਨੇ ਇਮੀਡੀਏਟ ਨਿਰਦੇਸ਼ ਨੇ ਜਿਹੜੇ ਉਹ ਦਿੱਤੇ ਨੇ ਆਪਣੇ ਸਿਵਲ ਸਰਜਨਸ ਨੂੰ ਕਿ ਇਕੱਲੇ ਸੰਗਰੂਰ ਜਾਂ ਬਰਨਾਲੇ ਜਾਂ ਬਠਿੰਡੇ ਦੀ ਗੱਲ ਨਹੀਂ, ਸਮੁੱਚੇ ਆਪਣਾ ਪੰਜਾਬ ਦੇ ਵਿੱਚ ਗਰਾਊਂਡ ਦੇ ਉੱਪਰ ਉਤਰ ਕੇ ਹੈਲਥ ਡਿਪਾਰਟਮੈਂਟ ਚੈੱਕ ਕਰੇਗੀ ਕਿੱਥੇ ਕਿੱਥੇ ਕੀ ਪ੍ਰੋਬਲਮ ਆ ਰਹੀ ਹੈ ਔਰ ਕਿੱਥੇ ਕਿੱਥੇ ਕਿਸ ਚੀਜ਼ ਦੀ ਲੋੜ ਹੈ। ਉਹਨਾਂ ਨੇ ਬੜੇ ਸਖਤੀ ਨਾਲ ਇਹ ਨਿਰਦੇਸ਼ ਦਿੱਤੇ ਨੇ, ਸਾਨੂੰ ਇਸ ਗੱਲ ਦੀ ਤਸੱਲੀ ਹੈ। ਅੱਜ ਅਸੀਂ ਆਮ ਆਦਮੀ ਪਾਰਟੀ ਐਮਐਲਏ ਦਾ ਡੈਲੀਗੇਸ਼ਨ ਮੈਂ ਮੇਰੇ ਵੀਰ ਮੀਤ ਖੇਰ ਜੀ ਔਰ ਸਾਡੇ ਚੀਫ ਸਪੋਕਸਪਰਸਨ ਨੀਲਮ ਜੀ ਅੱਜ ਅਸੀਂ ਮਾਨਯੋਗ ਮੁੱਖ ਮੰਤਰੀ ਓਪੀ ਸੋਨੀ ਜੀ ਨੂੰ ਮਿਲਿਆ ਜਿਨ੍ਹਾਂ ਕੋਲ ਹੈਲਥ ਡਿਪਾਰਟਮੈਂਟ ਵੀ ਹੈ ਕਿਉਂਕਿ ਸਮੁੱਚੇ ਪੰਜਾਬ ਦੇ ਵਿੱਚ ਔਰ ਖਾਸ ਤੌਰ ਤੇ ਸਾਡੇ ਇਲਾਕਿਆਂ ਦੇ ਵਿੱਚ ਡਿਸਟ੍ਰਿਕਟ ਸੰਗਰੂਰ ਦੇ ਵਿੱਚ ਬਰਨਾਲਾ ਦੇ ਵਿੱਚ ਬਠਿੰਡਾ ਦੇ ਵਿੱਚ ਡੇਂਗੂ ਦੀ ਮਾਰ ਹੈ ਜਿਹੜੀ ਉਹ ਬਹੁਤ ਵਧੀ ਹੋਈ ਹੈ। ਮੇਰੇ ਆਪਣੇ ਹਲਕੇ ਸੁਨਾਮ ਦੇ ਵਿੱਚ ਲੌਂਗੋਵਾਲ ਕਸਬਾ ਪੈਂਦਾ ਉੱਥੇ ਇੱਕ ਹਫ਼ਤੇ ਦੇ ਵਿੱਚ ਇੱਕੋ ਪਰਿਵਾਰ ਦੇ 3 ਮੈਂਬਰਾਂ ਪਹਿਲਾਂ ਦਾਦੇ ਦੀ ਫਿਰ ਪੋਤੇ ਦੀ ਔਰ ਫਿਰ ਬੇਟੇ ਦੀ ਡੈਥ ਹੋ ਚੁੱਕੀ ਤੇ ਚੌਥਾ ਪੋਤਾ ਜਿਹੜਾ ਉਹ ਹਸਪੀਟਲ ਦੇ ਵਿੱਚ ਐਡਮਿਟ ਹੈ। ਹਰ ਰੋਜ਼ ਮੌਤਾਂ ਹੋ ਰਹੀਆਂ ਨੇ ਪਰ ਸਰਕਾਰ ਕੋਲ ਰਿਪੋਰਟਿੰਗ ਹੈ ਉਹਦੀ ਜਾਂ ਤਾਂ ਰਿਪੋਰਟਿੰਗ ਪ੍ਰੋਪਰ ਨਹੀਂ ਪਹੁੰਚ ਰਹੀ ਹੈਗੀ ਤੇ ਲੋਕਲ ਲੈਵਲ ਦੇ ਉੱਪਰ ਨਿਚਲੇ ਲੈਵਲ ਦੇ ਉੱਪਰ ਉਹਦੇ ਲਈ ਕੋਈ ਰੋਕਥਾਮ ਦਾ ਕੋਈ ਪ੍ਰੀਵੈਂਸ਼ਨ ਦਾ ਕੋਈ ਪ੍ਰੋਟੈਕਸ਼ਨ ਦਾ ਮੇਜਰ ਅਡਾਪਟ ਸਰਕਾਰ ਵੱਲੋਂ ਨਹੀਂ ਕੀਤਾ ਗਿਆ ਜਿਹਦੇ ਸੰਬੰਧ ਦੇ ਵਿੱਚ ਅਸੀਂ ਕੱਲ ਜਦੋਂ ਆਲ ਪਾਰਟੀ ਮੀਟਿੰਗ ਸੀਗੀ ਮੈਂ ਸੋਨੀ ਸਾਹਿਬ ਨੂੰ ਰਿਕੁਐਸਟ ਕੀਤੀ ਸੀਗੀ, ਇਹਨਾਂ ਨੇ ਕਿਹਾ ਸੀਗਾ ਕਿ ਤੁਸੀਂ ਕੱਲ ਨੂੰ ਆ ਜਾਓ। ਅੱਜ ਅਸੀਂ ਆਏ ਸੀਗੇ, ਉਹਨਾਂ ਨੇ ਬੜੇ ਧਿਆਨ ਦੇ ਨਾਲ ਗੱਲ ਸਾਡੀ ਸੁਣੀ ਹੈ। ਮੈਂ ਆਪਦੇ ਹਲਕੇ ਦੀ ਗੱਲ ਰੱਖੀ ਹੈ, ਮੀਤ ਜੀ ਨੇ ਰੱਖੀ ਹੈ, ਸਾਰੇ ਪੰਜਾਬ ਦੇ ਜੋ ਹਾਲਾਤ ਬਣੇ ਪਏ ਨੇ ਕਿਉਂਕਿ ਕੋਵਿਡ ਦੇ ਤਾਂ ਇਹ ਸੀਗਾ ਕਿ ਹਾਈਪ ਬਹੁਤ ਬਣੀ ਹੋਈ ਸੀਗੀ, ਮੀਡੀਆ ਦੀ ਰਿਪੋਰਟਿੰਗ ਬਹੁਤ ਸੀਗੀ ਪਰ ਗਰਾਊਂਡ ਲੈਵਲ ਦੇ ਉੱਪਰ ਅੱਜ ਪੰਜਾਬ ਦੇ ਹਾਲਾਤ ਇਹ ਬਣੇ ਪਏ ਨੇ ਕਿ ਡੇਂਗੂ ਦੇ ਨਾਲ ਮੌਤਾਂ ਨੇ ਜਿਹੜੀਆਂ ਉਹ ਕੋਵਿਡ ਨਾਲੋਂ ਵੀ ਵੱਧ ਹੋ ਰਹੀਆਂ ਨੇ ਪਰ ਉਹਦੀ ਰਿਪੋਰਟਿੰਗ ਪ੍ਰੋਪਰ ਨਹੀਂ ਹੋ ਰਹੀ। ਸੋਨੀ ਸਾਹਿਬ ਨੇ ਬੜੇ ਧਿਆਨ ਨਾਲ ਸਾਡੀ ਗੱਲ ਸੁਣੀ ਹੈ, ਇਮੀਡੀਏਟਲੀ ਆਪਦੇ ਸਾਰੇ ਆਫਿਸਰਸ ਨੂੰ ਹੁਕਮ ਕੀਤੇ ਨੇ ਕਿ ਗਰਾਊਂਡ ਦੇ ਉੱਪਰ ਜਾਓ, ਘਰ ਦੀ ਸਿਚੁਏਸ਼ਨ ਹੈ ਜਿਹੜੀ ਚੈੱਕ ਕਰੋ, ਪ੍ਰੀਵੈਂਸ਼ਨ ਫੌਗਿੰਗ ਦੇ ਨਾਲ ਹੋ ਸਕਦੀ ਹੈ, ਜੋ ਮੇਜਰਸ ਅਡਾਪਟ ਕਰਨੇ ਨੇ ਉਹ ਕੀਤੇ ਜਾਣ ਤੇ ਇਮੀਡੀਏਟਲੀ ਇਹਨਾਂ ਨੇ ਰਿਪੋਰਟ ਮੰਗੀ ਹੈ। ਮੈਂ ਸਮਝਦਾ ਕਿ ਬੜੇ ਵਧੀਆ ਔਰ ਸੰਜੀਦਾ ਤਰੀਕੇ ਦੇ ਨਾਲ ਉਹਨਾਂ ਨੇ ਇਮੀਡੀਏਟਲੀ ਐਕਸ਼ਨ ਹੈ ਜਿਹੜਾ ਉਹ ਆਰਡਰ ਕੀਤਾ। ਹੁਣ ਮੇਰੇ ਛੋਟੇ ਵੀਰ ਮੀਤ ਖੇਰ ਜੀ ਆਪਣੀ ਗੱਲ ਕਰਨਗੇ। ਮੇਜਰ ਜੀ ਲੱਗਦਾ ਨਹੀਂ ਕਿ ਸਿਆਸਤ 'ਚ ਜ਼ਿਆਦਾ ਉਲਝ ਗਈ ਸਰਕਾਰ ਤੇ ਇੱਧਰਲੇ ਪਾਸੇ ਧਿਆਨ ਨਹੀਂ ਦੇ ਪਾਈ ਕਿ ਡੇਂਗੂ ਕਰਕੇ ਉਹੀ ਕਹਿ ਰਹੇ ਹਾਂ ਕਿ ਜਦੋਂ ਕੋਵਿਡ ਦੇ ਵਿੱਚ ਆਕਸੀਜਨ ਉਪਲਬਧ ਨਹੀਂ ਸੀ ਉਦੋਂ ਵੀ ਜਿਹੜੀ ਸਰਕਾਰ ਆ ਅਸੀਂ ਸਾਰੇ ਜਾਣਦੇ ਆ ਕਿ ਉਦੋਂ ਦੇ ਮੁੱਖ ਮੰਤਰੀ ਤੇ ਉਦੋਂ ਜਿਹੜੇ ਪ੍ਰਧਾਨ ਸੀ ਉਹ ਲੋਕਾਂ ਦੇ ਧਿਆਨ ਦੇਣ ਦੀ ਬਜਾਏ ਰੋਜ਼ ਇੱਕ ਦੂਜੇ ਤੇ ਦੂਸ਼ਣਬਾਜ਼ੀ, ਰੋਜ਼ ਇੱਕ ਦੂਜੇ ਦੀ ਖਿੱਚਤੂ ਹੁੰਦੀ ਸੀ। ਹੁਣ ਵੀ ਸਮਾਂ ਰਹਿੰਦੇ ਕਿਉਂਕਿ ਜਦੋਂ ਪਤਾ ਸੀ ਕੋਵਿਡ ਕਰਕੇ ਲੋਕਾਂ ਦਾ ਇੰਨਾ ਨੁਕਸਾਨ ਹੋਇਆ, ਸਮਾਂ ਰਹਿੰਦੇ ਕਿਉਂਕਿ ਡੇਂਗੂ ਕੋਈ ਪਹਿਲੀ ਵਾਰ ਤਾਂ ਆਇਆ ਨਹੀਂ, ਹਰ ਸਾਲ ਆਉਂਦਾ ਤੇ ਹਰ ਸਾਲ ਪੰਜਾਬ ਦੇ ਵਿੱਚ ਪਤਾ ਨਹੀਂ ਕਿੰਨੀਆਂ ਮੌਤਾਂ ਹੁੰਦੀਆਂ। ਹੁਣ ਵੀ ਜਦੋਂ ਫੌਗਿੰਗ ਕਰਨੀ ਚਾਹੀਦੀ ਸੀ, ਅਸੀਂ ਅੰਦਰ ਵੀ ਮੰਤਰੀ ਸਾਹਿਬ ਨੂੰ ਕਿਹਾ ਕਿ ਅਗਸਤ ਮਹੀਨੇ ਦੇ ਵਿੱਚ ਫੌਗਿੰਗ ਕਰਨੀ ਚਾਹੀਦੀ ਸੀ ਤਾਂ ਕਿ ਜਿਹੜੀਆਂ ਅੱਜ ਹਰ ਮੁਹੱਲੇ ਦੇ ਵਿੱਚ ਸੈਂਕੜਿਆਂ ਦੇ ਹਿਸਾਬ ਨਾਲ ਮਰੀਜ਼ ਪਏ ਆ, ਮੌਤਾਂ ਹੋ ਰਹੀਆਂ, ਉਹਨਾਂ ਮੌਤਾਂ ਦੀ ਗਿਣਤੀ ਨੂੰ ਘਟਾਇਆ ਜਾ ਸਕਦਾ ਸੀ, ਉਹਨਾਂ ਲੋਕਾਂ ਨੂੰ ਬਚਾਇਆ ਜਾ ਸਕਦਾ ਸੀ। ਹੁਣ ਸਾਰੇ ਜ਼ਿਲ੍ਹਿਆਂ 'ਚ ਅਮਨ ਜੀ ਸੁਨਾਮ ਤੋਂ ਨੇ, ਸੰਗਰੂਰ ਜ਼ਿਲ੍ਹਾ, ਨੀਲ ਜੀ ਬਠਿੰਡੇ ਤੋਂ ਨੇ, ਬਰਨਾਲੇ ਤੋਂ ਨੇ, ਅਸੀਂ ਆਪਣੇ ਜ਼ਿਲ੍ਹਿਆਂ ਦੀ ਗੱਲ ਕਰੀਏ ਜਿਹੜੀ ਰਿਪੋਰਟਿੰਗ ਹੋ ਰਹੀ ਹੈ ਮੈਂ ਸਮਝਦਾ ਕਿ 1-2% ਵੀ ਨਹੀਂ ਹੋਣੀ ਪਰ ਐਕਚੁਅਲ ਕੰਡੀਸ਼ਨ ਇਹ ਹੈ ਵੀ ਜਿਹੜੇ ਮੁਹੱਲੇ 'ਚ 100 ਘਰ ਹੈ ਉੱਥੇ ਘੱਟੋ ਘੱਟ 35-40 ਘਰਾਂ ਦੇ ਵਿੱਚ ਡੇਂਗੂ ਦੇ ਮਰੀਜ਼ ਨੇ। ਕਈ ਐਸੇ ਘਰ ਨੇ ਜਿੱਥੇ
ਇੱਕ ਘਰ ਦੇ ਵਿੱਚ 2-2 ਮਰੀਜ਼ ਨੇ। ਆਮਨ ਜੀ ਨੇ ਅੰਦਰ ਵੀ ਬਰੀਫ ਕੀਤਾ, ਇੱਥੇ ਵੀ ਦੱਸਦੇ ਆ ਲੌਂਗੋਵਾਲ ਦੇ ਵਿੱਚ ਇੱਕ ਘਰ ਦੇ ਵਿੱਚ ਤੁਸੀਂ ਸਾਰਿਆਂ ਨੇ ਮੀਡੀਆ ਰਾਹੀਂ ਦੇਖਿਆ ਹੋਣਾ ਕਿ ਪੋਤੇ ਦੀ, ਪਿਓ ਦੀ ਤੇ ਦਾਦੇ ਦੀ ਇੱਕ ਘਰ ਦੇ ਵਿੱਚ 3 ਮੌਤਾਂ ਹੋ ਜਾਣ। ਸੋ ਇਹ ਫੇਲੀਅਰ ਹੈ ਸਰਕਾਰ ਦਾ ਬੜਾ ਵੱਡਾ। ਸੋ ਜਿਵੇਂ ਕੋਵਿਡ ਦੇ ਵਿੱਚ ਇੰਜੈਕਸ਼ਨ ਨਹੀਂ ਸੀ ਮਿਲ ਰਹੇ, ਇਹਦੇ ਲਈ ਵੀ ਜਿਹੜੀ ਉਹ ਇੱਕ ਕਿੱਟ ਹੈ, ਜਿਹੜੀ ਐਸਡੀਪੀ ਕਹਿੰਦੇ ਨੇ, ਐਸਡੀਪੀ ਕਿੱਟ ਹੈ, ਜਿਹੜੀ ਪਲੇਟਲੈਟ ਕਿੱਟ ਹੈ, ਜਿਹੜੀ ਸਾਰਾ ਜਿਹੜਾ ਕੋਈ ਜਿਹਦੇ ਪਲੇਟਲੈਟ ਜ਼ਿਆਦਾ ਘਟ ਜਾਂਦੇ ਆ ਉਹਦੇ ਲਈ ਜਿਹੜੀ ਜ਼ਰੂਰਤ ਹੈ, ਉਹ ਕਿੱਟ ਵੀ ਅੱਜ ਪ੍ਰਾਈਵੇਟ ਹਸਪੀਟਲ ਵਾਲੇ, ਜਿਵੇਂ ਉਹਨਾਂ ਨੇ ਕੋਵਿਡ ਟਾਈਮ ਲੋਕਾਂ ਦੀ ਲੁੱਟ ਕੀਤੀ, ਹੁਣ ਵੀ ਉਹ ਕਿੱਟ ਉਪਲਬਧ ਨਹੀਂ ਸਰਕਾਰੀ ਹਸਪੀਟਲ ਦੇ ਵਿੱਚ। ਉਹਦੀ ਬੜੇ ਵੱਡੇ ਪੱਧਰ ਤੇ ਬਲੈਕ ਹੋ ਰਹੀ ਹੈ। ਕੱਲ ਮੋਹਾਲੀ ਦੇ ਵਿੱਚ ਨੀਲ ਜੀ ਨੇ ਅੰਦਰ ਦੱਸਿਆ ਕਿ ਪੂਰੇ ਡਿਸਟ੍ਰਿਕਟ ਦੇ ਵਿੱਚ ਇੱਕ ਵੀ ਕਿੱਟ ਨਹੀਂ ਸੀ, ਜਿਹਦੇ ਕਰਕੇ ਮਤਲਬ ਕਿ ਜਿਹੜੇ ਮਰੀਜ਼ ਨੇ ਉਹਨਾਂ ਨੂੰ ਕੋਈ ਦਿੱਲੀ ਤੋਂ ਲਿਆ ਰਿਹਾ, ਕੋਈ ਬਾਹਰਲੇ ਸੂਬਿਆਂ ਤੋਂ ਲਿਆ ਰਿਹਾ, ਉਹਦੀ ਵੀ ਬੜੇ ਵੱਡੇ ਪੱਧਰ ਤੇ ਨਾਲੇ ਲੋਕਾਂ ਦੀ ਮੌਤ ਹੋ ਰਹੀ ਹੈ, ਨਾਲੇ ਵੱਡੇ ਪੱਧਰ ਤੇ ਜਿਹੜਾ ਮਾਲੀ ਵੀ ਉਹਨਾਂ ਦਾ, ਕਿਉਂਕਿ ਬਲੈਕ ਦੇ ਵਿੱਚ ਕਿੱਟਾਂ ਮਿਲ ਰਹੀਆਂ, ਪ੍ਰਾਈਵੇਟ ਹਸਪੀਟਲ ਲੁੱਟ ਕਰ ਰਿਹਾ, ਸੋ ਨੁਕਸਾਨ ਹੋ ਰਿਹਾ। ਸੋ ਮੰਤਰੀ ਸਾਹਿਬ ਨੂੰ ਅਸੀਂ ਇਹਦੇ ਸੰਬੰਧ 'ਚ ਹੀ ਮਿਲੇ ਆ, ਉਹਨਾਂ ਨੇ ਵਿਸ਼ਵਾਸ ਵੀ ਦਿਵਾਇਆ, ਅਧਿਕਾਰੀਆਂ ਦੀ ਡਿਊਟੀ ਵੀ ਲਾਈ ਹੈ ਕਿ ਜਲਦੀ ਤੋਂ ਜਲਦੀ ਜਿਹੜੀ ਆ ਹਾਲਾਤ ਨੇ ਜਿਹੜੇ ਉਹਨਾਂ ਨੂੰ ਠੀਕ ਕੀਤਾ ਜਾ ਸਕੇ। ਮੈਂ ਤੁਹਾਨੂੰ ਦਿਖਾਉਣਾ ਚਾਹੂੰਗਾ, ਪਰਸੋਂ ਸੰਡੇ ਨੂੰ ਮੈਂ ਲੌਂਗੋਵਾਲ ਗਿਆ ਸੀਗਾ ਇਸ ਭੋਗ ਦੇ ਉੱਪਰ, ਜਿੱਥੇ ਤੁਸੀਂ ਦੇਖ ਸਕਦੇ ਹੋ ਕਿ ਇੱਕੋ ਪਰਿਵਾਰ ਦੇ ਜਿਹੜੇ 3 ਜੀਆਂ ਦੀ ਡੈਥ ਹੋਈ ਹੈ, ਪਰਿਵਾਰ ਦੇ ਉੱਪਰ ਸੋਚੋ ਤੁਸੀਂ ਕੀ ਬੀਤੀ ਹੋਵੇਗੀ ਕਿ ਦਾਦੇ ਦੀ, ਪੋਤੇ, ਬੇਟੇ ਦੀ ਔਰ ਪੋਤੇ ਦੀ ਇੱਕੋ ਸਮੇਂ ਇੱਕ ਹਫ਼ਤੇ ਦੇ ਵਿੱਚ ਡੈਥ ਹੋਣ ਕਰਕੇ ਭੋਗ ਹੈ ਜਿਹੜਾ ਉਹ ਪਾਇਆ ਹੈ। ਤੇ ਚੌਥਾ ਪੋਤਾ ਹੈ ਜਿਹੜਾ ਉਹ ਹਸਪੀਟਲ ਦੇ ਵਿੱਚ ਐਡਮਿਟ ਹੈ ਡੇਂਗੂ ਦੇ ਨਾਲ। ਸੋ ਇਸ ਕਰਕੇ ਹਾਲਾਤ ਨੇ ਜਿਹੜੇ ਉਹ ਬਹੁਤ ਗੰਭੀਰ ਬਣੇ ਹੋਏ ਨੇ। ਪਰ ਨਿਚਲੇ ਪੱਧਰ ਦੇ ਉੱਪਰ ਪ੍ਰਸ਼ਾਸਨ, ਚਾਹੇ ਸਿਵਲ ਐਡਮਿਨਿਸਟ੍ਰੇਸ਼ਨ ਹੈ ਡਿਸਟ੍ਰਿਕਟ ਦੀ, ਤੇ ਚਾਹੇ ਹੈਲਥ ਐਡਮਿਨਿਸਟ੍ਰੇਸ਼ਨ ਹੈ, ਉਹ ਬਿਲਕੁਲ ਟੋਟਲੀ ਕਲੈਪਸ ਕਰ ਚੁੱਕੀ ਹੈ। ਤੇ ਇਹੀ ਸੋਨੀ ਸਾਹਿਬ ਦੇ ਧਿਆਨ ਦੇ ਵਿੱਚ ਲਿਆਉਣ ਦੇ ਲਈ ਸੀ ਅੱਜ ਇੱਥੇ ਪਹੁੰਚਿਆ। ਪਰਸੋਂ ਮੈਂ ਸੀਐਮ ਸਾਹਿਬ ਨੂੰ ਵੀ ਚਿੱਠੀ ਲਿਖੀ ਸੀ, ਕਾਪੀ ਸੋਨੀ ਸਾਹਿਬ ਨੂੰ ਕੀਤਾ ਸੀਗਾ, ਤੇ ਅੱਜ ਚਲੋ ਅੱਜ ਇਸ ਗੱਲ ਦੀ ਖੁਸ਼ੀ ਹੈ ਕਿ ਉਹਨਾਂ ਨੇ ਇਮੀਡੀਏਟ ਨਿਰਦੇਸ਼ ਨੇ ਜਿਹੜੇ ਉਹ ਦਿੱਤੇ ਨੇ ਆਪਣੇ ਸਿਵਲ ਸਰਜਨਸ ਨੂੰ ਕਿ ਇਕੱਲੇ ਸੰਗਰੂਰ ਜਾਂ ਬਰਨਾਲੇ ਜਾਂ ਬਠਿੰਡੇ ਦੀ ਗੱਲ ਨਹੀਂ, ਸਮੁੱਚੇ ਆਪਣਾ ਪੰਜਾਬ ਦੇ ਵਿੱਚ ਗਰਾਊਂਡ ਦੇ ਉੱਪਰ ਉਤਰ ਕੇ ਹੈਲਥ ਡਿਪਾਰਟਮੈਂਟ ਚੈੱਕ ਕਰੇਗੀ ਕਿੱਥੇ ਕਿੱਥੇ ਕੀ ਪ੍ਰੋਬਲਮ ਆ ਰਹੀ ਹੈ ਔਰ ਕਿੱਥੇ ਕਿੱਥੇ ਕਿਸ ਚੀਜ਼ ਦੀ ਲੋੜ ਹੈ। ਉਹਨਾਂ ਨੇ ਬੜੇ ਸਖਤੀ ਦੇ ਨਾਲ ਇਹ ਨਿਰਦੇਸ਼ ਦਿੱਤੇ ਨੇ, ਸਾਨੂੰ ਇਸ ਗੱਲ ਦੀ ਤਸੱਲੀ ਹੈ। ਅੱਜ ਅਸੀਂ ਆਮ ਆਦਮੀ ਪਾਰਟੀ ਐਮਐਲਏ ਦਾ ਡੈਲੀਗੇਸ਼ਨ, ਮੈਂ ਮੇਰੇ ਵੀਰ ਮੀਤ ਖੇਰ ਜੀ ਔਰ ਸਾਡੇ ਚੀਫ ਸਪੋਕਸਪਰਸਨ ਨੀਲ ਗਾਂਧੀ ਜੀ, ਅੱਜ ਅਸੀਂ ਮਾਨਯੋਗ ਮੁੱਖ ਮੰਤਰੀ ਓਪੀ ਸੋਨੀ ਜੀ ਨੂੰ ਮਿਲਿਆ, ਜਿਨ੍ਹਾਂ ਕੋਲ ਹੈਲਥ ਡਿਪਾਰਟਮੈਂਟ ਵੀ ਹੈ, ਕਿਉਂਕਿ ਸਮੁੱਚੇ ਪੰਜਾਬ ਦੇ ਵਿੱਚ ਔਰ ਖਾਸ ਤੌਰ ਤੇ ਸਾਡੇ ਇਲਾਕਿਆਂ ਦੇ ਵਿੱਚ, ਡਿਸਟ੍ਰਿਕਟ ਸੰਗਰੂਰ ਦੇ ਵਿੱਚ, ਬਰਨਾਲਾ ਦੇ ਵਿੱਚ, ਬਠਿੰਡਾ ਦੇ ਵਿੱਚ ਡੇਂਗੂ ਦੀ ਮਾਰ ਹੈ ਜਿਹੜੀ ਉਹ ਬਹੁਤ ਵਧੀ ਹੋਈ ਹੈ। ਮੇਰੇ ਆਪਣੇ ਹਲਕੇ ਸਲਾਮ ਦੇ ਵਿੱਚ ਲੌਂਗੋਵਾਲ ਕਸਬਾ ਪੈਂਦਾ, ਉੱਥੇ ਇੱਕ ਹਫ਼ਤੇ ਦੇ ਵਿੱਚ ਇੱਕੋ ਪਰਿਵਾਰ ਦੇ 3 ਮੈਂਬਰਾਂ, ਪਹਿਲਾਂ ਦਾਦੇ ਦੀ, ਫਿਰ ਪੋਤੇ ਦੀ ਔਰ ਫਿਰ ਬੇਟੇ ਦੀ ਡੈਥ ਹੋ ਚੁੱਕੀ, ਤੇ ਚੌਥਾ ਪੋਤਾ ਜਿਹੜਾ ਉਹ ਹਸਪੀਟਲ ਦੇ ਵਿੱਚ ਐਡਮਿਟ ਹੋਇਆ ਪਿਆ। ਹਰ ਰੋਜ਼ ਮੌਤਾਂ ਹੋ ਰਹੀਆਂ ਨੇ, ਪਰ ਸਰਕਾਰ ਕੋਲ ਰਿਪੋਰਟਿੰਗ ਹੈ, ਉਹਦੀ ਜ਼ਿਆਦਾ ਰਿਪੋਰਟਿੰਗ ਪ੍ਰੋਪਰ ਨਹੀਂ ਪਹੁੰਚ ਰਹੀ ਹੈਗੀ, ਤੇ ਲੋਕਲ ਲੈਵਲ ਦੇ ਉੱਪਰ, ਨਿਚਲੇ ਲੈਵਲ ਦੇ ਉੱਪਰ ਉਹਦੇ ਲਈ ਕੋਈ ਰੋਕਥਾਮ ਦਾ, ਕੋਈ ਪ੍ਰੀਵੈਂਸ਼ਨ ਦਾ, ਕੋਈ ਪ੍ਰੋਟੈਕਸ਼ਨ ਦਾ ਮੇਜਰ ਅਡਾਪਟ ਸਰਕਾਰ ਵੱਲੋਂ ਨਹੀਂ ਕੀਤਾ ਗਿਆ, ਜਿਹਦੇ ਸੰਬੰਧ ਦੇ ਵਿੱਚ ਅਸੀਂ ਕੱਲ ਜਦੋਂ ਆਲ ਪਾਰਟੀ ਮੀਟਿੰਗ ਸੀਗੀ, ਮੈਂ ਸੋਨੀ ਸਾਹਿਬ ਨੂੰ ਰਿਕੁਐਸਟ ਕੀਤੀ ਸੀਗੀ, ਇਹਨਾਂ ਨੇ ਕਿਹਾ ਸੀਗਾ ਕਿ ਤੁਸੀਂ ਕੱਲ ਨੂੰ ਆ ਜਾਓ। ਅੱਜ ਅਸੀਂ ਆਏ ਸੀਗੇ, ਉਹਨਾਂ ਨੇ ਬੜੇ ਧਿਆਨ ਦੇ ਨਾਲ ਗੱਲ ਸਾਡੀ ਸੁਣੀ ਹੈ। ਮੈਂ ਆਪਦੇ ਹਲਕੇ ਦੀ ਗੱਲ ਰੱਖੀ ਹੈ, ਮੀਤ ਜੀ ਨੇ ਰੱਖੀ ਹੈ, ਸਾਰੇ ਪੰਜਾਬ ਦੇ ਜੋ ਹਾਲਾਤ ਬਣੇ ਪਏ ਨੇ, ਕਿਉਂਕਿ ਕੋਵਿਡ ਦੇ ਤਾਂ ਇਹ ਸੀਗਾ ਕਿ ਹਾਈਪ ਬਹੁਤ ਬਣੀ ਹੋਈ ਸੀਗੀ, ਮੀਡੀਆ ਦੀ ਰਿਪੋਰਟਿੰਗ ਬਹੁਤ ਸੀਗੀ, ਪਰ ਗਰਾਊਂਡ ਲੈਵਲ ਦੇ ਉੱਪਰ ਅੱਜ ਪੰਜਾਬ ਦੇ ਹਾਲਾਤ ਇਹ ਬਣੇ ਪਏ ਨੇ ਕਿ ਡੇਂਗੂ ਦੇ ਨਾਲ ਮੌਤਾਂ ਨੇ ਜਿਹੜੀਆਂ ਉਹ ਕੋਵਿਡ ਨਾਲੋਂ ਵੀ ਵੱਧ ਹੋ ਰਹੀਆਂ ਨੇ, ਪਰ ਉਹਦੀ ਰਿਪੋਰਟਿੰਗ ਪ੍ਰੋਪਰ ਨਹੀਂ ਹੋ ਰਹੀ। ਸੋਨੀ ਸਾਹਿਬ ਨੇ ਬੜੇ ਧਿਆਨ ਨਾਲ ਸਾਡੀ ਗੱਲ ਸੁਣੀ ਹੈ, ਇਮੀਡੀਏਟਲੀ ਆਪਦੇ ਸਾਰੇ ਆਫਿਸਰਸ ਨੂੰ ਹੁਕਮ ਕੀਤੇ ਨੇ ਕਿ ਗਰਾਊਂਡ ਦੇ ਉੱਪਰ ਜਾਓ, ਘਰ ਘਰ ਦੀ ਸਿਚੁਏਸ਼ਨ ਹੈ ਜਿਹੜੀ ਚੈੱਕ ਕਰੋ, ਪ੍ਰੀਵੈਂਸ਼ਨ ਫੌਗਿੰਗ ਦੇ ਨਾਲ ਹੋ ਸਕਦੀ ਹੈ, ਜੋ ਮੇਜਰਸ ਅਡਾਪਟ ਕਰਨੇ ਨੇ ਉਹ ਕੀਤੇ ਜਾਣ, ਤੇ ਇਮੀਡੀਏਟਲੀ ਇਹਨਾਂ ਨੇ ਰਿਪੋਰਟ ਮੰਗੀ ਹੈ। ਮੈਂ ਸਮਝਦਾ ਕਿ ਬੜੇ ਵਧੀਆ ਔਰ ਸੰਜੀਦਾ ਤਰੀਕੇ ਦੇ ਨਾਲ ਉਹਨਾਂ ਨੇ ਇਮੀਡੀਏਟਲੀ ਐਕਸ਼ਨ ਹੈ ਜਿਹੜਾ ਉਹ ਆਰਡਰ ਕੀਤਾ ਹੈ। ਹੁਣ ਮੇਰੇ ਛੋਟੇ ਵੀਰ ਮੀਤ ਖੇਰ ਜੀ ਆਪਣੀ ਗੱਲ ਕਰਨਗੇ। ਮੇਜਰ ਜੀ, ਲੱਗਦਾ ਨਹੀਂ ਕਿ ਸਿਆਸਤ 'ਚ ਜ਼ਿਆਦਾ ਉਲਝ ਗਈ ਸਰਕਾਰ ਤੇ ਇੱਧਰਲੇ ਪਾਸੇ ਧਿਆਨ ਨਹੀਂ ਦੇ ਪਾਈ ਕਿ ਡੇਂਗੂ ਕਰਕੇ ਕਹਿ ਰਹੇ ਹਾਂ ਕਿ ਜਦੋਂ ਕੋਵਿਡ ਦੇ ਵਿੱਚ ਆਕਸੀਜਨ ਉਪਲਬਧ ਨਹੀਂ ਸੀ, ਉਦੋਂ ਵੀ ਜਿਹੜੀ ਸਰਕਾਰ ਆ, ਅਸੀਂ ਸਾਰੇ ਜਾਣਦੇ ਆ ਕਿ ਉਦੋਂ ਦੇ ਮੁੱਖ ਮੰਤਰੀ ਤੇ ਉਦੋਂ ਜਿਹੜੇ ਪ੍ਰਧਾਨ ਸੀ, ਉਹ ਲੋਕਾਂ ਦੇ ਧਿਆਨ ਦੇਣ ਦੀ ਬਜਾਏ ਰੋਜ਼ ਇੱਕ ਦੂਜੇ ਤੇ ਦੂਸ਼ਣਬਾਜ਼ੀ,
ਰੋਜ਼ ਇੱਕ ਦੂਜੇ ਦੀ ਖਿੱਚਤੂ ਹੁੰਦੀ ਸੀ। ਹੁਣ ਵੀ ਸਮਾਂ ਰਹਿੰਦੇ, ਕਿਉਂਕਿ ਜਦੋਂ ਪਤਾ ਸੀ ਕੋਵਿਡ ਕਰਕੇ ਲੋਕਾਂ ਦਾ ਇੰਨਾ ਨੁਕਸਾਨ ਹੋਇਆ, ਸਮਾਂ ਰਹਿੰਦੇ, ਕਿਉਂਕਿ ਡੇਂਗੂ ਕੋਈ ਪਹਿਲੀ ਵਾਰ ਤਾਂ ਆਇਆ ਨਹੀਂ, ਹਰ ਸਾਲ ਆਉਂਦਾ ਤੇ ਹਰ ਸਾਲ ਪੰਜਾਬ ਦੇ ਵਿੱਚ ਪਤਾ ਨਹੀਂ ਕਿੰਨੀਆਂ ਮੌਤਾਂ ਹੁੰਦੀਆਂ। ਹੁਣ ਵੀ ਜਦੋਂ ਫੌਗਿੰਗ ਕਰਨੀ ਚਾਹੀਦੀ ਸੀ, ਅਸੀਂ ਅੰਦਰ ਵੀ ਮੰਤਰੀ ਸਾਹਿਬ ਨੂੰ ਕਿਹਾ ਕਿ ਅਗਸਤ ਮਹੀਨੇ ਦੇ ਵਿੱਚ ਫੌਗਿੰਗ ਕਰਨੀ ਚਾਹੀਦੀ ਸੀ, ਤਾਂ ਕਿ ਜਿਹੜੀਆਂ ਅੱਜ ਹਰ ਮੁਹੱਲੇ ਦੇ ਵਿੱਚ ਸੈਂਕੜਿਆਂ ਦੇ ਹਿਸਾਬ ਨਾਲ ਮਰੀਜ਼ ਪਏ ਆ, ਮੌਤਾਂ ਹੋ ਰਹੀਆਂ, ਉਹਨਾਂ ਮੌਤਾਂ ਦੀ ਗਿਣਤੀ ਨੂੰ ਘਟਾਇਆ ਜਾ ਸਕਦਾ ਸੀ, ਉਹਨਾਂ ਲੋਕਾਂ ਨੂੰ ਬਚਾਇਆ ਜਾ ਸਕਦਾ ਸੀ। ਹੁਣ ਸਾਰੇ ਜ਼ਿਲ੍ਹਿਆਂ 'ਚ ਅਮਨ ਜੀ ਸੁਨਾਮ ਤੋਂ ਨੇ, ਸੰਗਰੂਰ ਜ਼ਿਲ੍ਹਾ, ਨੀਲ ਜੀ ਬਠਿੰਡੇ ਤੋਂ ਨੇ, ਬਰਨਾਲੇ ਤੋਂ ਨੇ। ਅਸੀਂ ਆਪਣੇ ਜ਼ਿਲ੍ਹਿਆਂ ਦੀ ਗੱਲ ਕਰੀਏ, ਜਿਹੜੀ ਰਿਪੋਰਟਿੰਗ ਹੋ ਰਹੀ ਹੈ ਮੈਂ ਸਮਝਦਾ ਕਿ 1-2% ਵੀ ਨਹੀਂ ਹੋ ਰਹੀ, ਪਰ ਐਕਚੁਅਲ ਕੰਡੀਸ਼ਨ ਇਹ ਹੈ ਵੀ ਜਿਹੜੇ ਮਹੱਲੇ 'ਚ 100 ਘਰ ਹੈ, ਉੱਥੇ ਘੱਟੋ ਘੱਟ 35-40 ਘਰਾਂ ਦੇ ਵਿੱਚ ਡੇਂਗੂ ਦੇ ਮਰੀਜ਼ ਨੇ। ਕਈ ਐਸੇ ਘਰ ਨੇ ਜਿੱਥੇ ਇੱਕ ਘਰ ਦੇ ਵਿੱਚ 2-2 ਮਰੀਜ਼ ਨੇ। ਅਮਨ ਜੀ ਨੇ ਅੰਦਰ ਵੀ ਬਰੀਫ ਕੀਤਾ, ਇੱਥੇ ਵੀ ਦੱਸਦੇ ਆ, ਲੌਂਗੋਵਾਲ ਦੇ ਵਿੱਚ ਇੱਕ ਘਰ ਦੇ ਵਿੱਚ, ਤੁਸੀਂ ਸਾਰਿਆਂ ਨੇ ਮੀਡੀਆ ਰਾਹੀਂ ਦੇਖਿਆ ਹੋਣਾ ਕਿ ਪੋਤੇ ਦੀ, ਪਿਓ ਦੀ ਤੇ ਦਾਦੇ ਦੀ ਇੱਕ ਘਰ ਦੇ ਵਿੱਚ 3 ਮੌਤਾਂ ਹੋ ਜਾਣ। ਸੋ ਇਹ ਫੇਲੀਅਰ ਹੈ ਸਰਕਾਰ ਦਾ ਬੜਾ ਵੱਡਾ। ਸੋ ਜਿਵੇਂ ਕੋਵਿਡ ਦੇ ਵਿੱਚ ਇੰਜੈਕਸ਼ਨ ਨਹੀਂ ਸੀ ਮਿਲ ਰਹੇ, ਇਹਦੇ ਲਈ ਵੀ ਜਿਹੜੀ ਉਹ ਇੱਕ ਕਿੱਟ ਹੈ, ਜਿਹੜੀ ਐਸਡੀਪੀ ਕਹਿੰਦੇ ਨੇ, ਐਸਡੀਪੀ ਕਿੱਟ ਹੈ, ਜਿਹੜੀ ਪਲੇਟਲੈਟ ਕਿੱਟ ਹੈ, ਜਿਹੜੀ ਸਾਰਾ ਜਿਹੜਾ ਕੋਈ ਜਿਹਦੇ ਪਲੇਟਲੈਟ ਜ਼ਿਆਦਾ ਘਟ ਜਾਂਦੇ ਆ, ਉਹਦੇ ਲਈ ਜਿਹੜੀ ਜ਼ਰੂਰਤ ਹੈ, ਉਹ ਕਿੱਟ ਵੀ ਅੱਜ ਪ੍ਰਾਈਵੇਟ ਹਸਪੀਟਲ ਵਾਲੇ, ਜਿਵੇਂ ਉਹਨਾਂ ਨੇ ਕੋਵਿਡ ਟਾਈਮ ਲੋਕਾਂ ਦੀ ਲੁੱਟ ਕੀਤੀ, ਹੁਣ ਵੀ ਉਹ ਕਿੱਟ ਉਪਲਬਧ ਨਹੀਂ ਸਰਕਾਰੀ ਹਸਪੀਟਲ ਦੇ ਵਿੱਚ। ਉਹਦੀ ਬੜੇ ਵੱਡੇ ਪੱਧਰ ਤੇ ਬਲੈਕ ਹੋ ਰਹੀ ਹੈ। ਕੱਲ ਮੋਹਾਲੀ ਦੇ ਵਿੱਚ ਨੀਲ ਜੀ ਨੇ ਅੰਦਰ ਦੱਸਿਆ ਕਿ ਪੂਰੇ ਡਿਸਟ੍ਰਿਕਟ ਦੇ ਵਿੱਚ ਇੱਕ ਵੀ ਕਿੱਟ ਨਹੀਂ ਸੀ, ਜਿਹਦੇ ਕਰਕੇ ਮਤਲਬ ਕਿ ਜਿਹੜੇ ਮਰੀਜ਼ ਨੇ ਉਹਨਾਂ ਨੂੰ ਕੋਈ ਦਿੱਲੀ ਤੋਂ ਲਿਆ ਰਿਹਾ, ਕੋਈ ਬਾਹਰਲੇ ਸੂਬਿਆਂ ਤੋਂ ਲਿਆ ਰਿਹਾ, ਉਹਦੀ ਵੀ ਬੜੇ ਵੱਡੇ ਪੱਧਰ ਤੇ ਨਾਲੇ ਲੋਕਾਂ ਦੀ ਮੌਤ ਹੋ ਰਹੀ ਹੈ, ਨਾਲੇ ਵੱਡੇ ਪੱਧਰ ਤੇ ਜਿਹੜਾ ਮਾਲੀ ਵੀ ਉਹਨਾਂ ਦਾ, ਕਿਉਂਕਿ ਬਲੈਕ ਦੇ ਵਿੱਚ ਕਿੱਟਾਂ ਮਿਲ ਰਹੀਆਂ, ਪ੍ਰਾਈਵੇਟ ਹਸਪੀਟਲ ਲੁੱਟ ਕਰ ਰਿਹਾ, ਸੋ ਨੁਕਸਾਨ ਹੋ ਰਿਹਾ। ਸੋ ਮੰਤਰੀ ਸਾਹਿਬ ਨੂੰ ਅਸੀਂ ਇਹਦੇ ਸੰਬੰਧ 'ਚ ਹੀ ਮਿਲੇ ਆ, ਉਹਨਾਂ ਨੇ ਵਿਸ਼ਵਾਸ ਵੀ ਦਿਵਾਇਆ, ਅਧਿਕਾਰੀਆਂ ਦੀ ਡਿਊਟੀ ਵੀ ਲਾਈ ਹੈ ਕਿ ਜਲਦੀ ਤੋਂ ਜਲਦੀ ਜਿਹੜੀ ਆ ਹਾਲਾਤ ਨੇ ਜਿਹੜੇ ਉਹਨਾਂ ਨੂੰ ਠੀਕ ਕੀਤਾ ਜਾ ਸਕੇ। ਮੈਂ ਤੁਹਾਨੂੰ ਦਿਖਾਉਣਾ ਚਾਹੂੰਗਾ, ਪਰਸੋਂ ਸੰਡੇ ਨੂੰ ਮੈਂ ਲੌਂਗੋਵਾਲ ਗਿਆ ਸੀਗਾ ਇਸ ਭੋਗ ਦੇ ਉੱਪਰ, ਜਿੱਥੇ ਤੁਸੀਂ ਦੇਖ ਸਕਦੇ ਹੋ ਕਿ ਇੱਕੋ ਪਰਿਵਾਰ ਦੇ ਜਿਹੜੇ 3 ਜੀਆਂ ਦੀ ਡੈਥ ਹੋਈ ਹੈ, ਪਰਿਵਾਰ ਦੇ ਉੱਪਰ ਸੋਚੋ ਤੁਸੀਂ ਕੀ ਬੀਤੀ ਹੋਵੇਗੀ ਕਿ ਦਾਦੇ ਦੀ, ਪੋਤੇ, ਬੇਟੇ ਦੀ ਔਰ ਪੋਤੇ ਦੀ ਇੱਕੋ ਸਮੇਂ 1 ਹਫ਼ਤੇ ਦੇ ਵਿੱਚ ਡੈਥ ਹੋਣ ਕਰਕੇ ਭੋਗ ਹੈ ਜਿਹੜਾ ਉਹ ਪਾਇਆ ਹੈ, ਤੇ ਚੌਥਾ ਪੁੱਤ ਹੈ ਜਿਹੜਾ ਉਹ ਹਸਪੀਟਲ ਦੇ ਵਿੱਚ ਐਡਮਿਟ ਹੈ ਡੇਂਗੂ ਦੇ ਨਾਲ। ਸੋ ਇਸ ਕਰਕੇ ਹਾਲਾਤ ਨੇ ਜਿਹੜੇ ਉਹ ਬਹੁਤ ਗੰਭੀਰ ਬਣੇ ਹੋਏ ਨੇ, ਪਰ ਨਿਚਲੇ ਪੱਧਰ ਦੇ ਉੱਪਰ ਪ੍ਰਸ਼ਾਸਨ, ਚਾਹੇ ਸਿਵਲ ਐਡਮਿਨਿਸਟ੍ਰੇਸ਼ਨ ਹੈ ਡਿਸਟ੍ਰਿਕਟ ਦੀ ਤੇ ਚਾਹੇ ਹੈਲਥ ਐਡਮਿਨਿਸਟ੍ਰੇਸ਼ਨ ਹੈ, ਉਹ ਬਿਲਕੁਲ ਟੋਟਲੀ ਕਲੈਪਸ ਕਰ ਚੁੱਕੀ ਹੈ। ਤੇ ਇਹੀ ਸੋਨੀ ਸਾਹਿਬ ਦੇ ਧਿਆਨ ਦੇ ਵਿੱਚ ਲਿਆਉਣ ਦੇ ਲਈ ਸੀ ਅੱਜ ਇੱਥੇ ਪਹੁੰਚਿਆ। ਪਰਸੋਂ ਮੈਂ ਸੀਐਮ ਸਾਹਿਬ ਨੂੰ ਵੀ ਚਿੱਠੀ ਲਿਖੀ ਸੀ, ਕਾਪੀ ਸੋਨੀ ਸਾਹਿਬ ਨੂੰ ਕੀਤਾ ਸੀਗਾ, ਤੇ ਅੱਜ ਚਲੋ ਅੱਜ ਇਸ ਗੱਲ ਦੀ ਖੁਸ਼ੀ ਹੈ ਕਿ ਉਹਨਾਂ ਨੇ ਇਮੀਡੀਏਟ ਨਿਰਦੇਸ਼ ਨੇ ਜਿਹੜੇ ਉਹ ਦਿੱਤੇ ਨੇ ਆਪਣੇ ਸਿਵਲ ਸਰਜਨਸ ਨੂੰ ਕਿ ਇਕੱਲੇ ਸੰਗਰੂਰ ਜਾਂ ਬਰਨਾਲੇ ਜਾਂ ਬਠਿੰਡੇ ਦੀ ਗੱਲ ਨਹੀਂ, ਸਮੁੱਚੇ ਆਪਣਾ ਪੰਜਾਬ ਦੇ ਵਿੱਚ ਗਰਾਊਂਡ ਦੇ ਉੱਪਰ ਉਤਰ ਕੇ ਹੈਲਥ ਡਿਪਾਰਟਮੈਂਟ ਚੈੱਕ ਕਰੇਗੀ ਕਿੱਥੇ ਕਿੱਥੇ ਕੀ ਪ੍ਰੋਬਲਮ ਆ ਰਹੀ ਹੈ ਔਰ ਕਿੱਥੇ ਕਿੱਥੇ ਕਿਸ ਚੀਜ਼ ਦੀ ਲੋੜ ਹੈ। ਉਹਨਾਂ ਨੇ ਬੜੇ ਸਖਤੀ ਨਾਲ ਨਿਰਦੇਸ਼ ਦਿੱਤੇ ਨੇ, ਸਾਨੂੰ ਇਸ ਗੱਲ ਦੀ ਤਸੱਲੀ ਹੈ।